Hello students. We will continue with our lesson second, sexual reproduction in flowering plants. So ਅਸੀਂ अपना next topic ਲਵਾਂਗੇ, that is seed. In angiosperms, the seed is the final product of sexual reproduction. And seed ਕੀ ਹੈ? It is a fertilized ovule. Seeds are formed inside the fruits. And seed ਜਿਹੜਾ ਹੈ, it consists of seed coat, cotyledon or cotyledons and an embryo axis. Cotyledon or cotyledons of the embryo, they are simple structures. They are thick and swollen due to the storage of food reserves. Now seeds are of two types, non-albuminous and albuminous seeds. Non-albuminous seeds and albuminous seeds. What are non-albuminous seeds? They have no residual endosperm, as endosperm is completely consumed during the embryo development. ਅਸੀਂ ਆਪਣੇ previous lecture ਚ discuss ਕੀਤਾ ਸੀਗਾ ਕਿ ਜਿਹੜਾ central cell ਹੈ after triple fusion ਉਹਦੇ ਤੋਂ ਜਿਹੜਾ ਐਂਡੋਸਪਰਮ ਡਿਵੈਲਪ ਹੁੰਦਾ ਹੈ ਐਂਡ ਜਿਹੜੇ ਨਾਨ ਐਲਬੂਮਿਨਸ ਸੀਡਸ ਆ ਉਹਨਾਂ ਦੇ ਵਿੱਚ ਕੋਈ ਵੀ ਰੈਜ਼ੀਡੂਅਲ ਐਂਡੋਸਪਰਮ ਨਹੀਂ ਹੁੰਦਾ ਆ ਐਂਡੋਸਪਰਮ ਜਿਹੜਾ ਹੈਗਾ ਆ ਡਿਊਰਿੰਗ ਦਾ ਐਮਬ੍ਰਿਓ ਡਿਵੈਲਪਮੈਂਟ ਉਹ ਕੰਪਲੀਟਲੀ ਕੰਜ਼ਿਊਮ ਹੋ ਜਾਂਦਾ ਆ ਤੇ ਐਗਜ਼ਾਮਪਲ ਹੈ ਨਾਨ ਐਲਬੂਮਿਨਸ ਸੀਡ ਦੀ ਪੀ ਐਂਡ ਗਰਾਊਂਡਨਟ ਐਂਡ ਵਾਟ ਆਰ ਐਲਬੂਮਿਨਸ ਸੀਡਸ they retain a part of endosperm as it is not completely used up during embryo development. ਕੁਝ ਪਾਰਟ ਐਂਡੋਸਪਰਮ ਦਾ ਰਹਿ ਜਾਂਦਾ ਹੈ ਸੀਡ ਦੇ ਵਿੱਚ, ਉਹ ਪੂਰੀ ਤਰ੍ਹਾਂ ਡਿਊਰਿੰਗ ਐਮਬ੍ਰਿਓ ਡਿਵੈਲਪਮੈਂਟ ਕੰਜ਼ਿਊਮ ਨਹੀਂ ਹੁੰਦਾ ਤੇ ਨਾਨ ਐਲਬੂਮਿਨਸ ਸੀਡਸ ਦੀਆਂ ਐਗਜ਼ਾਮਪਲ ਹੈ ਵੀਟ, ਮੇਜ਼, ਬਾਰਲੇ ਐਂਡ ਕੈਸਟਰ. ਐਂਡ ਤੁਹਾਡੇ ਪੇਜ ਨੰਬਰ 37 ਦੇ ਵਿੱਚ ਇਹਦਾ ਡਾਇਗਰਾਮ ਵੀ ਹੈ, ਮੈਂ ਡਰਾ ਵੀ ਕੀਤਾ ਹੋਇਆ ਆ. ਦਿਸ ਇਜ਼ ਡਾਇਗਰਾਮ ਆਫ ਪੀ ਐਂਡ ਦਿਸ ਇਜ਼ ਡਾਇਗਰਾਮ ਆਫ ਮੇਜ਼. ਜੇ ਤੁਸੀਂ ਦੇਖੋ ਕਿ ਇਹਦੇ ਵਿੱਚ ਇਹ ਐਂਡੋਸਪਰਮ ਹੈ ਪ੍ਰੈਜ਼ੈਂਟ. ਉਸ ਤੋਂ ਬਾਅਦ ਅਸੀਂ ਕੀ ਅਗਲਾ ਕਰਦੇ ਹਾਂ ਟੌਪਿਕ. ਕੁਝ ਸੀਡਸ ਹੁੰਦੇ ਆ ਜਿਵੇਂ ਬਲੈਕ ਪੈਪਰ ਐਂਡ ਬੀਟ, ਇਹਨਾਂ ਦੇ ਵਿੱਚ ਰੈਮਨੈਂਟਸ ਆਫ ਨਿਊਸੈਲਸ ਆਰ ਆਲਸੋ ਪਰਸਿਸਟੈਂਟ ਐਂਡ ਦਿਸ ਪਰਸਿਸਟੈਂਟ ਨਿਊਸੈਲਸ ਇਜ਼ ਨੋਨ ਐਜ਼ ਪੈਰੀਸਪਰਮ. ਨਿਊਸੈਲਸ ਕੀ ਸੀਗਾ? ਅਸੀਂ ਐਮਬ੍ਰਿਓ ਸੈਕ ਦੇ ਆਲੇ ਦੁਆਲੇ ਮਾਸ ਆਫ ਸੈਲਸ ਹੁੰਦੀ ਆ, ਦੈਟ ਇਜ਼ ਨੋਨ ਐਜ਼ ਨਿਊਸੈਲਸ. ਹੁਣ ਜਿਹੜੇ ਓਵਿਊਲ ਦੇ ਆਲੇ ਦੁਆਲੇ ਪ੍ਰੋਟੈਕਟਿਵ ਕਵਰਿੰਗ ਹੈ ਨੋਨ ਐਜ਼ ਇੰਟੈਗੂਮੈਂਟਸ. ਉਹ ਕੀ ਹੁੰਦਾ ਆ? ਉਹ ਇੰਟੈਗੂਮੈਂਟਸ ਜਿਹੜੇ ਹੁੰਦੇ ਓਵਿਊਲ ਦੇ ਦੇ ਹਾਰਡਨ ਐਸ ਟਫ ਪ੍ਰੋਟੈਕਟਿਵ ਸੀਡ ਕੋਟਸ ਦੇ ਵਿੱਚ ਉਹ ਟ੍ਰਾਂਸਫਾਰਮ ਹੋ ਜਾਂਦੇ ਆ ਤੇ ਜਿਹੜਾ ਮਾਈਕਰੋਪਾਈਲ ਹੁੰਦਾ ਆ ਦੇ ਰਿਮੇਨਸ ਐਜ਼ ਅ ਸਮਾਲ ਪੋਰ ਇਨ ਦਾ ਸੀਡ ਕੋਟ. ਦਿਸ ਹੈਲਪਸ ਇਨ ਦਾ ਐਂਟਰੀ ਆਫ ਆਕਸੀਜਨ ਐਂਡ ਵਾਟਰ ਇਨਟੂ ਦਾ ਸੀਡ ਡਿਊਰਿੰਗ ਜਰਮੀਨੇਸ਼ਨ. ਤੁਸੀਂ ਕਦੀ ਧਿਆਨ ਦੇ ਨਾਲ ਸਟੂਡੈਂਟਸ ਸੀਡ ਨੂੰ ਦੇਖਿਓ, ਜਿਵੇਂ ਬਲੈਕ ਚਨੇ ਹੋ ਗਏ, ਰਾਜਮਾ ਹੋ ਗਏ, ਵਾਈਟ ਚਨੇ ਹੋ ਗਏ, ਜੇ ਤੁਸੀਂ ਧਿਆਨ ਦੇ ਨਾਲ ਦੇਖੋ ਤਾਂ ਤੁਹਾਨੂੰ ਥੋੜੀ ਜਿਹੀ ਸਮਾਲ ਓਪਨਿੰਗ ਉਹਦੇ ਵਿੱਚ ਨਜ਼ਰ ਆਏਗੀ, ਦੈਟ ਇਜ਼ ਮਾਈਕਰੋਪਾਈਲ. ਤਾਂ ਹੀ ਜਦੋਂ ਅਸੀਂ ਨਾ ਸੀਡਸ ਨੂੰ ਪਾਣੀ ਦੇ ਵਿੱਚ ਭਿਉਂਦੇ ਹੈਗੇ ਆ ਬਿਫੋਰ ਕੁਕਿੰਗ ਤਾਂ ਤੁਸੀਂ ਦੇਖੋ ਕਿ ਉਹ ਸੀਡਸ ਜਿਹੜੇ ਆ ਸਵੈਲਨ ਅਪ ਫੁੱਲ ਜਾਂਦੇ ਹੈਗੇ. ਕਿਉਂ? ਕਿਉਂਕਿ ਥਰੂ ਮਾਈਕਰੋਪਾਈਲ ਵਾਟਰ ਉਹਨਾਂ ਦੇ ਵਿੱਚ ਐਂਟਰ ਕਰ ਜਾਂਦਾ ਆ. ਤੇ ਇਸੇ ਤਰ੍ਹਾਂ ਹੀ ਡਿਊਰਿੰਗ ਸੀਡ ਜਰਮੀਨੇਸ਼ਨ ਸੀਡ ਜਰਮੀਨੇਟ ਕਿਵੇਂ ਹੁੰਦਾ ਹੈ ਕਿ ਜਿਹੜਾ ਮਾਈਕਰੋਪਾਈਲ ਆ ਉਹ ਉਸ ਪੋਰ ਦੇ ਰਾਹੀਂ ਸੀਡਸ ਦੇ ਅੰਦਰ ਵਾਟਰ ਐਂਡ ਆਕਸੀਜਨ ਜਿਹੜਾ ਹੈਗਾ ਉਹਦੀ ਐਂਟਰੀ ਹੋ ਜਾਂਦੀ ਹੈ which helps the seed in germination. And as the seed matures, its water content is reduced and seeds become relatively dry. 10 to 15% moisture by mass ਜਿਹੜਾ ਹੈਗਾ ਆ ਸੀਡਸ ਦੇ ਵਿੱਚ ਜਿਹੜਾ ਹੈਗਾ ਆ ਉਹ ਰਹਿ ਜਾਂਦਾ. ਸੀਡਸ ਜਦੋਂ ਮੈਚੁਅਰ ਹੁੰਦੇ ਆ ਤੇ ਉਹ ਰਿਲੇਟਿਵਲੀ ਡਰਾਈ ਹੋ ਜਾਂਦੇ ਆ, ਜਿਸ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਐਮਬ੍ਰਿਓ ਦੀ ਜਨਰਲ ਮੈਟਾਬੋਲਿਕ ਐਕਟੀਵਿਟੀ ਹੈਗੀ ਆ ਉਹ ਸਲੋ ਡਾਊਨ ਹੋ ਜਾਂਦੀ ਹੈ ਤੇ ਐਮਬ੍ਰਿਓ ਜਿਹੜਾ ਹੈਗਾ ਆ that enter into a state of inactivity known as dormancy. ਤੇ ਜਦੋਂ ਫਿਰ ਫੇਵਰੇਬਲ ਕੰਡੀਸ਼ਨਸ ਆਉਂਦੀਆਂ ਆ ਜਿਵੇਂ ਐਡਿਕੁਏਟ ਮੋਇਸਚਰ, ਆਕਸੀਜਨ ਐਂਡ ਐਡਿਕੁਏਟ ਸੁਟੇਬਲ ਟੈਂਪਰੇਚਰ ਵਰਗੀਆਂ ਫੇਵਰੇਬਲ ਕੰਡੀਸ਼ਨਸ ਮਿਲਦੀਆਂ ਆ ਤਾਂ ਫਿਰ ਦੁਬਾਰਾ ਜਿਹੜੇ ਸੀਡਸ ਹੈਗੇ ਆ ਜਿਹੜੇ ਡੋਰਮੈਂਟ ਪੀਰੀਅਡ ਦੇ ਵਿੱਚ ਗਏ ਸੀਗੇ, ਜਦੋਂ ਉਹਨਾਂ ਨੂੰ ਫੇਵਰੇਬਲ ਕੰਡੀਸ਼ਨਸ ਮਿਲਦੀਆਂ ਆ ਤੇ ਉਹ ਸੀਡਸ ਜਿਹੜੇ ਹੈਗੇ ਆ ਫਿਰ ਜਰਮੀਨੇਟ ਹੋ ਜਾਂਦੇ ਆ. ਹੁਣ ਜਿਹੜੇ ਓਵਿਊਲਸ ਹੈ they mature into seeds and ovary ਜਿਹੜੀ ਹੈ it develops into fruit.
ਤੇ ਜਿਹੜੀ ਇਹ ਟਰਾਂਸਫਾਰਮੇਸ਼ਨ ਹੈਗੀ ਹੈ ਓਵਿਊਲਸ ਦੀ ਸੀਡਸ ਦੇ ਵਿੱਚ ਤੇ ਓਵਰੀ ਦੀ ਫਰੂਟ ਦੇ ਵਿੱਚ ਦੇ ਪ੍ਰੋਸੀਡ ਸਾਈਮਲਟੇਨੀਅਸਲੀ ਨਾਲ ਇਹ ਪ੍ਰੋਸੈਸ ਦੋਨੋਂ ਹੁੰਦੀਆਂ ਰਹਿੰਦੀਆਂ ਆ ਤੇ ਵਾਲ ਜਿਹੜੀ ਹੈ ਓਵਰੀ ਦੀ ਇਟ ਡਿਵੈਲਪਸ ਇਨਟੂ ਅ ਵਾਲ ਆਫ ਫਰੂਟ ਨੋਨ ਐਜ਼ ਪੈਰੀਕਾਰਪ। wall of ovary ਜਿਹੜੀ ਹੈਗੀ ਹੈ it develops into a wall of fruit known as pericarp. Now students, fruits may be fleshy, fruits may be dry. fruits ਜਿਹੜੇ ਆ two types ਦੇ ਅਸੀਂ ਕਰਦੇ ਹਾਂ ਕਿ fruits fleshy ਹੈ, fruits dry ਹੈ। fleshy fruits ਦੀ example ਹੈ guava, orange, mango, extra ਤੇ dry fruits ਦੀ example ਹੈ groundnut, mustard. How fruit formation takes place? whether ਫਰੂਟ ਜਿਹੜਾ ਹੈ ਓਵਰੀ ਤੋਂ ਹੀ ਬਣ ਰਿਹਾ ਹੈ ਜਾਂ ਦੂਸਰੇ ਜਿਹੜੇ ਫਲੋਰਲ ਪਾਰਟਸ ਹੈ ਉਹ ਵੀ ਫਰੂਟ ਫਾਰਮੇਸ਼ਨ ਵਿੱਚ ਪਾਰਟਿਸਿਪੇਟ ਕਰ ਰਹੇ ਹੈਗੇ ਆ ਉਸ ਅਕੋਰਡਿੰਗ ਅਸੀਂ ਫਰੂਟਸ ਜਿਹੜੇ ਆ ਉਹਨਾਂ ਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ ਟਰੂ ਫਰੂਟਸ ਐਂਡ ਫਾਲਸ ਫਰੂਟ। True fruits and false fruit. Students +1 ਦੇ ਵਿੱਚ ਵੀ ਤੁਸੀਂ ਇਹ ਟੌਪਿਕ ਦਿੱਤਾ ਆ। True fruits ਕਿਹੜੇ ਹੁੰਦੇ ਆ they developed only from the fertilized ovary. ਸਿਰਫ ਓਵਰੀ ਤੋਂ ਹੀ ਜਦੋਂ fruit formation ਹੋਈ that fruit is known as true fruit। ਉਹਦੀ example ਹੈ oranges, mango, blueberries, raspberries, cherry, peaches। And false fruit ਕੀ ਹੁੰਦਾ ਹੈ when ovary along with thalamus takes part in fruit formation that is known as false fruit। ਉਹਦੀ example ਹੈ pineapple, apple, pear, strawberry। ਇਹ ਸਾਰੇ ਕਿਹੜੇ ਹੈ ਇਹ false fruits ਹੈਗੇ ਹੈ। We discussed that in most species fruits are formed after fertilization। ਕਿ fertilization ਹੋਈ ਫਿਰ ਉਸ ਤੋਂ ਬਾਅਦ fruit formation ਹੋਈ ਪਰ ਕੁਝ ਸਪੀਸੀਜ਼ ਅਜਿਹੇ ਹੁੰਦੇ ਆ ਜਿਨ੍ਹਾਂ ਵਿੱਚ ਫਰੂਟਸ ਜਿਹੜੇ ਆ ਦੇ ਡਿਵੈਲਪ ਵਿਦਆਊਟ ਫਰਟੀਲਾਈਜੇਸ਼ਨ। ਜਦੋਂ ਫਰੂਟ ਜਿਹੜਾ ਆ ਵਿਦਆਊਟ ਫਰਟੀਲਾਈਜੇਸ਼ਨ ਫਰੂਟ ਡਿਵੈਲਪ ਹੁੰਦਾ ਆ ਉਹਨਾਂ ਫਰੂਟਸ ਨੂੰ ਅਸੀਂ ਪਾਰਥੀਨੋਕਾਰਪਿਕ ਫਰੂਟਸ ਕਹਿ ਦਿੰਦੇ ਆ। ਕੁਝ ਸਪੀਸੀਜ਼ ਦੇ ਵਿੱਚ ਕੀ ਹੁੰਦਾ ਹੈਗਾ ਆ ਕਿ ਫਰੂਟਸ ਜਿਹੜੇ ਹੈਗੇ ਆ they are developed without fertilization and such fruits are known as parthenocarpic fruits। such fruits ਜਿਹੜੇ parthenocarpic fruits ਹੁੰਦੇ ਆ they are seedless। ਉਹਨਾਂ ਦੇ ਵਿੱਚ ਬੀਜ ਨਹੀਂ ਹੁੰਦੇ seeds ਨਹੀਂ ਹੁੰਦੇ ਆ and parthenocarpy can be induced by the application of growth hormones। ਕਿਹੜੇ ਹਾਰਮੋਨਸ ਆ ਜਿਹੜੇ parthenocarpy induce ਕਰਦੇ ਆ auxin, cytokinin and zebranin। ਅਸੀਂ ਇਹ ਵੀ +1 ਟੌਪਿਕ ਡਿਸਕਸ ਕਰ ਚੁੱਕੇ ਹੈਗੇ ਆ। ਜਦੋਂ ਇਹਨਾਂ ਵਿੱਚੋਂ ਕੋਈ ਵੀ ਹਾਰਮੋਨ ਫਲਾਵਰਸ ਤੇ ਸਪਰੇ ਕੀਤਾ ਜਾਂਦਾ ਹੈ ਤਾਂ ਪਾਰਥੀਨੋਕਾਰਪੀ ਕੈਨ ਬੀ ਇੰਡਿਊਸਡ ਯਾਨੀ ਕਿ ਪਾਰਥੀਨੋਕਾਰਪੀ ਫਰੂਟ ਬਣੇਗਾ ਐਂਡ ਪਾਰਥੀਨੋਕਾਰਪੀ ਫਰੂਟਸ ਕਿਹੜੇ ਆ ਦੇ ਆਰ ਸੀਡਲੈਸ। Now students, reproductive processes like pollination and fertilization ਇਹ ਦੋਨੋਂ processes ਜਿਹੜੀਆਂ ਆ they are independent of water। ਇਹਨਾਂ processes ਨੂੰ ਹੋਣ ਲਈ water ਦੀ ਜ਼ਰੂਰਤ ਨਹੀਂ ਹੈ ਪਰ seed formation ਜਿਹੜੀ ਆ process it is more dependable on water। seeds ਜਿਹੜੀ ਆ they have sufficient food reserves and ਉਹ ਜਿਹੜਾ seeds ਦੇ ਵਿੱਚ food reserves ਹੈਗੇ ਆ young seedlings ਜਿਹੜੇ ਆ they are nourished by that food reserves। young seedlings ਆਪਣੇ ਉਹਨਾਂ ਤੋਂ ਆਪਣੀ nourishment ਲੈਂਦੇ ਹੈ until they are capable of photosynthesis on their own। ਜਦੋਂ ਤੱਕ ਇਹ ਜਿਵੇਂ ਅਸੀਂ ਬੀਜ ਨੂੰ ਬੀਜਦੇ ਵੀ ਆ ਤਾਂ ਜਦ ਕੋਟਿਲਿਡਨਸ ਦੇ ਵਿੱਚ ਸਟੋਰ ਜਿਹੜਾ ਫੂਡ ਹੈ ਉਹਨੂੰ ਪਲਾਂਟ ਯੰਗ ਪਲਾਂਟ ਆਪਣੀ ਗਰੋਥ ਲਈ ਯੂਜ਼ ਕਰਦਾ ਹੈ। ਫਿਰ ਜਦੋਂ ਪਲਾਂਟ ਦੇ ਆਪਣੇ ਲੀਵਸ ਹੋ ਜਾਂਦੇ ਹੈ ਫਿਰ ਫੋਟੋਸਿੰਥੇਸਿਸ ਪ੍ਰੋਸੈਸ ਦੇ ਨਾਲ ਉਹ ਪਲਾਂਟ ਜਿਹੜਾ ਹੈ that is capable of making its own food through the process of photosynthesis। ਹਾਰਡ ਸੀਡ ਕੋਟ ਜਿਹੜਾ ਆ ਬਾਹਰਲੀ ਆਊਟਰ ਪ੍ਰੋਟੈਕਟਿਵ ਕਵਰਿੰਗ ਹੈ ਸੀਡ ਦੇ ਆਲੇ ਦੁਆਲੇ known as seed coat। it provides protection to the young embryo and seed ਜਿਹੜਾ ਆ it is basis of our agriculture
Dehydration and dormancy of mature seeds are crucial for the storage of seeds, which can be used as food throughout the year and also to raise crops in the next season. Now period of viability of seeds ਜਿਹੜੀ ਹੈਗੀ ਆ ਉਹ varies ਕਰਦੀ ਹੈ plants ਦੇ ਵਿੱਚ ਅਲੱਗ-ਅਲੱਗ ਹੁੰਦੀ ਆ. How long do the seeds remain alive after they are dispersed? Seeds after dispersal ਉਹ ਕਿੰਨੀ ਦੇਰ ਤੱਕ alive ਰਹਿੰਦੇ ਆ, ਜਿਉਂਦੇ ਰਹਿੰਦੇ ਆ, ਇਹ period ਜਿਹੜਾ ਹੈਗਾ it varies greatly. ਕੁਝ species ਦੇ ਵਿੱਚ ਜਿਹੜੇ seeds ਹੈਗੇ ਆ they lose viability within a few months after dispersal. ਕੁਝ ਮਹੀਨਿਆਂ ਬਾਅਦ ਹੀ ਉਹਨਾਂ ਦੇ period of viability ਉਹ lose ਕਰ ਜਾਂਦੇ ਹੈਗੇ, ਉਸ ਤੋਂ ਬਾਅਦ ਉਹ germinate ਨਹੀਂ ਹੁੰਦੇ. ਪਰ ਕਈ ਜਿਹੜੇ species ਹੈਗੇ ਉਹਨਾਂ ਦੇ ਵਿੱਚ period of viability is of several years. Now our next topic is apomixis. Apomixis. In some plant species of Asteraceae and grasses. In some plant species of Asteraceae and grasses, they have evolved a special mechanism to produce seeds without fertilization known as apomixis. In a plant species ਦੇ ਵਿੱਚ ਕੀ ਹੁੰਦਾ ਹੈ ਕਿ ਇੱਕ special mechanism ਹੁੰਦਾ ਹੈ ਜਿਸ mechanism ਦੇ ਦੁਆਰਾ ਉਹ without fertilization process ਉਹ seeds ਜਿਹੜੇ ਹੈ ਉਹ produce ਕਰਦੇ ਹਨ. That process is known as apomixis. And apomixis it is a form of asexual reproduction that mimics sexual reproduction. There are several ways of development of apomictic seeds. In some species, ਜਿਹੜਾ diploid egg cell ਹੈਗਾ it is formed without reduction division. Diploid egg cell ਜਿਹੜਾ ਹੈ ਉਹ produce ਹੋ ਜਾਂਦਾ ਹੈ and ਉਸ diploid egg cell ਤੋਂ ਅੱਗੇ embryo ਬਣ ਜਾਂਦਾ ਹੈ without fertilization. ਵੈਸੇ ਅਸੀਂ ਕੀ ਡਿਸਕਸ ਕੀਤਾ ਹੈ male and female gamete ਜਿਹੜੇ ਆ ਉਹ haploid ਹੈ, ਉਹਨਾਂ ਦੇ fusion ਦੇ ਨਾਲ ਇੱਕ diploid cell ਬਣਦਾ ਹੈ known as zygote and zygote ਤੋਂ ਫਿਰ ਅੱਗੇ embryo ਦੀ formation ਹੁੰਦੀ ਹੈ. ਇਹ ਜਿਹੜੀ male and female gamete ਦੀ fusion ਹੋਈ ਹੈ that process is known as fertilization or syngamy. ਪਰ ਕੁਝ species ਦੇ ਵਿੱਚ ਕੀ ਹੁੰਦਾ without reduction division ਇੱਕ diploid egg cell ਬਣ ਜਾਂਦਾ ਹੈ, ਉਸ diploid egg cell ਤੋਂ ਅੱਗੇ embryo ਬਣ ਜਾਂਦਾ without fertilization. ਤੇ ਇਹ ਜਿਹੜੀ apomixis ਆ ਇਹਦੀਆਂ ਕਈ advantages ਹੈ horticulture and agriculture ਵਿੱਚ. Agriculture ਕੀ ਹੈ ਉਹ process ਜਾਂ ਉਹ practice ਜਿਹਦੇ ਨਾਲ ਅਸੀਂ food, feed and fiber ਜਿਹੜਾ ਹੈ ਉਹ grow ਕਰਦੇ ਹਾਂ. And horticulture ਕੀ ਹੈ it is a study or practice of growing fruits, vegetables and flowers. So our next topic is polyembryony. What is polyembryony? In many citrus and mango varieties. Citrus and mango varieties. Citrus ਕਿਹੜੇ ਹੋ ਗਏ ਨਿੰਬੂ ਹੋ ਗਿਆ orange ਇਹ ਸਾਰੇ ਕੀ ਹੈ citrus variety ਹੈਗੇ ਆ. In many citrus and mango varieties, some of the nucellar cells surrounding the embryo sac they start dividing and protrude into the embryo sac and develop into the embryo. In such species, each ovule contain many embryos, and occurrence of more than one embryo in a seed is known as polyembryony. ਇੱਕ ਤੋਂ ਜ਼ਿਆਦਾ ਜਦੋਂ ਐਮਬ੍ਰਿਓ ਸੀਡ ਦੇ ਵਿੱਚ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ ਪੋਲੀਐਮਬ੍ਰਿਓਨੀ. ਹੁਣ ਸਟੂਡੈਂਟਸ ਤੁਸੀਂ ਪਹਿਲਾਂ ਇਹ ਵਾਲਾ ਓਵਿਊਲ ਦਾ ਸਟਰਕਚਰ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਐਮਬ੍ਰਿਓ ਸੈਕ ਜਿਹੜਾ ਆ ਉਹਦੇ ਆਲੇ ਦੁਆਲੇ ਮਾਸ ਆਫ ਸੈਲਸ ਹੁੰਦਾ ਨੋਨ ਐਸ ਨਿਊਸੈਲਸ. ਤੇ ਕੁਝ ਸਿਟਰਸ ਤੇ ਮੈਂਗੋ ਵੈਰਾਈਟੀਜ਼ ਦੇ ਵਿੱਚ ਕੀ ਹੁੰਦਾ ਆ ਕਿ ਜਿਹੜਾ ਐਮਬ੍ਰਿਓ ਸੈਕ ਦੇ ਆਲੇ ਦੁਆਲੇ ਨਿਊਸੈਲਸ ਹੈਗੇ ਆ ਉਹਦੇ ਸੈਲਸ ਜਿਹੜੇ ਆ ਉਹ ਡਿਵਾਈਡ ਹੋਣਾ ਸ਼ੁਰੂ ਹੋ ਜਾਂਦੇ ਆ ਤੇ ਦੇ ਪ੍ਰੋਟਰੂਡ ਇਨਟੂ ਦਾ ਐਮਬ੍ਰਿਓ ਸੈਕ ਦੇ ਅੰਦਰ ਉਹ ਪ੍ਰੋਟਰੂਡ ਹੋ ਜਾਂਦੇ ਆ ਪ੍ਰੋਜੈਕਟ ਇਨਟੂ ਦਾ ਉਹਦੇ ਅੰਦਰ ਘੁਸ ਜਾਂਦੇ ਹੈਗੇ ਆ ਐਂਡ ਦੇ ਡਿਵੈਲਪ ਇਨਟੂ ਐਮਬ੍ਰਿਓ. ਵੈਸੇ ਐਮਬ੍ਰਿਓ ਸੈਕ ਦੇ ਅੰਦਰ ਹੈਗਾ ਕਿ ਜ਼ਾਈਗੋਟ ਬਣੇਗਾ ਤਾਂ ਉਹਦੇ ਤੋਂ ਐਮਬ੍ਰਿਓ ਬਣੇਗਾ, ਪਰ ਕਈ ਵੈਰਾਈਟੀਜ਼ ਵਿੱਚ ਕੀ ਹੁੰਦਾ ਨਿਊਸੈਲਸ ਸੈਲਸ ਜਿਹੜੇ ਡਿਵਾਈਡ ਹੋ ਕੇ ਉਹ ਐਮਬ੍ਰਿਓ ਸੈਕ ਦੇ ਅੰਦਰ ਪ੍ਰੋਟਰੂਡ ਹੋ ਜਾਂਦੇ ਐਂਡ ਦੇ ਆਲਸੋ ਡਿਵੈਲਪ ਇਨਟੂ ਐਮਬ੍ਰਿਓ. ਇਸ ਤਰ੍ਹਾਂ ਕੀ ਹੁੰਦਾ ਹੈ ਕਿ ਕੁਝ ਸਪੀਸੀਜ਼ ਓਵਿਊਲ ਦੇ ਅੰਦਰ ਮੋਰ ਦੈਨ ਵਨ ਐਮਬ੍ਰਿਓ ਹੁੰਦਾ ਹੈ
and this is known as occurrence of more than one embryo in a seed is known as polyembryony. So I hope students ਤੁਹਾਨੂੰ ਲੈਕਚਰ ਸਮਝ ਆ ਗਿਆ ਹੋਵੇਗਾ। ਇਹ ਸਾਡਾ ਸੈਕੰਡ ਚੈਪਟਰ ਜਿਹੜਾ ਉਹ ਕੰਪਲੀਟ ਹੋ ਗਿਆ ਤੇ ਅੱਜ ਅਸੀਂ ਕਿਹੜੇ ਟੌਪਿਕਸ ਡਿਸਕਸ ਕੀਤੇ? ਸੀਡ ਬਾਰੇ ਡਿਸਕਸ ਕੀਤਾ। ਸੀਡ ਕੀ ਇਟ ਇਜ਼ ਅ ਫਰਟੀਲਾਈਜ਼ਡ ਓਵਿਊਲ ਤੇ ਜਿਹੜੀ ਓਵਰੀ ਹੈਗੀ ਆ ਉਹਦੇ ਤੋਂ ਕੀ ਹੈ ਫਰੂਟ ਫਾਰਮੇਸ਼ਨ ਹੁੰਦੀ ਹੈ। ਫਰੂਟ ਅਸੀਂ ਕੀਤਾ ਸੀ ਫਲੈਸ਼ੀ ਹੁੰਦੇ ਆ, ਕੁਝ ਫਰੂਟ ਡਰਾਈ ਹੁੰਦੇ ਆ। ਫਿਰ ਉਸ ਤੋਂ ਬਾਅਦ ਹੁਣ ਫਰੂਟ ਫਾਰਮੇਸ਼ਨ ਹੈ ਕੀ ਹੈ ਓਵਰੀ ਤੋਂ ਬਣਿਆ ਜਾਂ ਕੁਝ ਫਲੋਰਲ ਪਾਰਟਸ ਜਿਹੜੇ ਆ ਦੇ ਆਲਸੋ ਟੇਕ ਪਾਰਟ ਇਨ ਫਰੂਟ ਫਾਰਮੇਸ਼ਨ। ਉਸ ਅਕੋਰਡਿੰਗ ਫਰੂਟਸ ਦੋ ਤਰ੍ਹਾਂ ਦੇ ਹੁੰਦੇ ਹੈਗੇ ਆ, ਟਰੂ ਫਰੂਟਸ ਐਂਡ ਫਾਲਸ ਫਰੂਟ। ਅਸੀਂ ਉਹਦੀਆਂ ਐਗਜ਼ਾਮਪਲਸ ਅਸੀਂ ਕੀਤੀਆਂ। ਫਿਰ ਨੈਕਸਟ ਅਸੀਂ ਆਪਣਾ ਟੌਪਿਕ ਲਿਆ ਆ ਐਪੋਮਿਕਸਿਸ ਐਂਡ ਉਸ ਤੋਂ ਨੈਕਸਟ ਟੌਪਿਕ ਸਾਡਾ ਸੀਗਾ ਕਿ ਪੋਲੀਐਮਬ੍ਰਿਓਨੀ। ਵਟ ਇਜ਼ ਐਪੋਮਿਕਸਿਸ? Some species of Asteraceae and grasses, they have evolved a special mechanism to produce seeds without fertilization. ਜਦੋਂ seeds produce ਹੁੰਦੇ ਆ, that process is known as apomixis. And what is polyembryony? Occurrence of more than one embryo in a seed is known as polyembryony. Thank you so much, students.